ਭਾਰਤ ਦੀ ਧਰਤੀ 'ਤੇ ਸਿਰਫ ਦੋ ਵਿਚਾਰਧਾਰਾਵਾਂ ਨਾਲ ਸੰਬੰਧਿਤ ਲੀਡਰ ਲੋਕ ਜਾਂ ਨੇਤਾ ਲੋਕ ਹੀ ਕੇਡਰ ਕੈਂਪ ਲਾਉਂਦੇ ਸੀ। ਇੱਕ RSS ਵਾਲੇ ਅਤੇ ਇੱਕ ਕਮਿਊਨਿਸਟ ਵਾਲੇ। ਪਰ ਉਸ ਤੋਂ ਬਾਅਦ ਇੱਕ ਐਸਾ ਸ਼ਖਸ ਉੱਭਰਿਆ ਜਿਸ ਨੇ ਗਰੀਬ ਗੁਰਬੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਬੰਦ ਕਮਰਿਆਂ ਵਿੱਚ ਕੇਡਰ ਲਾਏ ਅਤੇ ਉਹਨਾਂ ਨੂੰ ਰਾਜਨੀਤੀ ਦੀ ਡੈਫੀਨੇਸ਼ਨ ਸਮਝਾਈ। ਉਹਨਾਂ ਨੇ ਰਾਜਨੀਤੀ ਨੂੰ ਆਪਣੇ ਢੰਗ ਨਾਲ ਪਰਿਭਾਸ਼ਿਤ ਕਰਕੇ ਜਦੋਂ ਗਰੀਬ ਲੋਕਾਂ ਦੇ ਵਿਹੜਿਆਂ ਵਿੱਚ ਦਸਤਕ ਦਿੱਤੀ ਤਾਂ ਗਰੀਬਾਂ ਦਾ ਹਜੂਮ ਉਹਦੇ ਮਗਰ ਹੋ ਤੁਰਿਆ। ਉਹੀ ਸ਼ਖਸ ਇੱਕ ਦਿਨ ਉਹਨਾਂ ਗਰੀਬ ਲੋਕਾਂ ਨੂੰ ਨਾਲ ਲੈ ਕੇ ਇੱਕ ਭਾਰਤ ਦੀ ਧਰਤੀ 'ਤੇ ਇੱਕ ਤਾਕਤ ਬਣ ਗਿਆ। ਉਸ ਸ਼ਖਸ ਦਾ ਨਾਂ ਹੈ ਸਾਹਿਬ ਸ਼੍ਰੀ ਕਾਂਸ਼ੀ ਰਾਮ, ਜਿਨ੍ਹਾਂ ਨੂੰ ਅਸੀਂ ਰਾਜਨੀਤਿਕ ਪਿਤਾਮਾ ਵੀ ਕਹਿ ਸਕਦੇ ਹਾਂ ਬਹੁਜਨ ਸਮਾਜ ਦੇ, ਔਰ ਉਹਨਾਂ ਨੂੰ ਮਹਾਂ ਚਾਣਕੀਆ ਵੀ ਕਹਿੰਦੇ ਆ। ਔਰ ਉਹ ਸ਼ਖਸ ਜਿਸ ਨੇ ਇੱਕ ਦਿਨ ਭਾਰਤੀ ਸਿਆਸਤ ਦੀ ਵਿਆਕਰਨ ਨੂੰ ਬਦਲ ਕੇ ਰੱਖ ਦਿੱਤਾ। ਅਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਰਹੇ ਸਾਥੀਆਂ ਨੂੰ ਅਸੀਂ ਕੈਮਰੇ 'ਤੇ ਕੈਮਰਾਬੱਧ ਕਰਕੇ ਉਹਨਾਂ ਨੂੰ ਤੁਹਾਡੇ ਰੂਬਰੂ ਪੇਸ਼ ਕਰੀਏ, ਤਾਂ ਕਿ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਉਹਨਾਂ ਨੂੰ ਅਸੀਂ ਲੋਕਾਂ ਦੇ ਰੂਬਰੂ ਕਰਦੇ ਰਹੀਏ, ਤਾਂ ਕਿ ਉਹਨਾਂ ਦੀਆਂ ਕਈਆਂ ਅਤੇ ਅਣਕਹੀਆਂ ਹੋਈਆਂ ਗੱਲਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਕੇ ਉਸ ਵਿਚਾਰਧਾਰਾ ਨੂੰ ਅੱਗੇ ਵਧਾਇਆ ਜਾ ਸਕੇ। ਅਤੇ ਇਸੇ ਸੰਬੰਧ ਵਿੱਚ ਅਸੀਂ ਪਹੁੰਚੇ ਆਦਮਪੁਰ ਦੇ ਨੇੜੇ ਪਿੰਡ ਸਲਾਲਾ ਵਿਖੇ, ਅਤੇ ਉੱਥੋਂ ਦੇ ਇੱਕ ਸਾਥੀ ਨੇ ਮਾਸਟਰ ਰਾਮ ਲਵਾਇਆ ਜੀ। ਉਹ ਸ਼ੁਰੂ ਤੋਂ ਲੈ ਕੇ ਆਖਰ ਤੱਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਨਾਲ ਰਹੇ, ਅਤੇ ਉਹਨਾਂ ਨਾਲ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ, ਉਹਨਾਂ ਦੇ ਸੰਘਰਸ਼ ਨੂੰ ਲੈ ਕੇ ਗੱਲ ਕਰਨ ਦੀ ਖੁਸ਼ੀ ਲੈ ਰਹੇ ਹਾਂ। ਅਤੇ ਮੈਂ ਪੰਮੀ ਲਾਲੋ ਮਜਾਰਾ, ਤੁਸੀਂ ਦੇਖ ਰਹੇ ਹੋ ਡੇਲੀ ਲੋਕ ਆਵਾਜ਼। ਮੈਂ ਸਭ ਤੋਂ ਪਹਿਲਾਂ ਰਾਮ ਲਾਲ ਸਲਾਲਾ ਜੀ ਨੂੰ ਤੁਹਾਨੂੰ ਸਵਾਗਤ ਕਰਵਾਉਣਾ। ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ। ਸਲਾਲਾ ਸਾਹਿਬ, ਤੁਸੀਂ ਇਹ ਦੱਸੋ ਵੀ ਸਭ ਤੋਂ ਪਹਿਲਾਂ ਤੁਸੀਂ ਸਾਹਿਬ ਦੇ ਸੰਪਰਕ ਵਿੱਚ ਕਿੱਦਾਂ ਆਏ, ਜਾਂ ਕਿਹੜੀ ਉਹ ਗੱਲ ਸੀ ਜਿਸ ਤੋਂ ਤੁਸੀਂ ਪ੍ਰਭਾਵਿਤ ਹੋਏ? ਮੈਨੂੰ ਇਸ ਗੱਲ 'ਤੇ ਬਹੁਤ ਖੁਸ਼ੀ ਹੋਈ ਸੀਗੀ ਕਿ ਸਾਡੀ ਜਿਹੜੀ ਮੂਵਮੈਂਟ ਸੀਗੀ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਮੂਵਮੈਂਟ, ਉਹ ਇੱਕ ਕਿਸਮ ਦੀ ਖਿਲੇ ਪੱਤਰ ਗਈ ਸੀਗੀ। ਅਤੇ ਫਿਰ ਮੈਨੂੰ ਮੇਰੇ ਦੋਸਤ ਸੀਗੇ ਦੋ ਚਾਰ, ਉਹਨੇ ਦੱਸਿਆ ਹੁਸ਼ਿਆਰਪੁਰੀਆਂ ਨੇ, ਭਈ ਇੱਕ ਇਨਸਾਨ ਆ ਬਹੁਤ ਹੀ ਵਧੀਆ ਕੇਡਰ ਕੈਂਪ ਲੈਂਦਾ, ਉਹ ਕਈ ਦਿਨ ਮਤਲਬ ਸਮਝਾਉਂਦਾ, ਤਾਂ ਫਿਰ ਮਤਲਬ ਸਾਰੀ ਇਤਿਹਾਸ ਤੋਂ ਜਾਣੂ ਕਰਵਾਉਂਦਾ ਆ, ਅਤੇ ਤੁਸੀਂ ਆਵੋ ਕਿਸੇ ਦਿਨ। ਅਸੀਂ ਫਿਰ ਹੁਸ਼ਿਆਰਪੁਰ ਗਏ। ਹੁਸ਼ਿਆਰਪੁਰ ਜਾ ਕੇ ਤਾਂ ਉਹਨਾਂ ਦਾ ਕੇਡਰ ਕੈਂਪ ਅਟੈਂਡ ਕੀਤਾ। ਬਸ ਮੇਰੇ ਮਨ ਦੇ ਵਿੱਚ ਹੀ ਬਹਿ ਗਿਆ ਕਿ ਉਹਨਾਂ ਨੇ ਮਤਲਬ ਪਹਿਲੇ ਦਿਨ ਹੀ ਮੇਰੀ ਮਿਲਣੀ ਦੇ ਵਿੱਚ ਹੀ, ਨਹੀਂ ਪਹਿਲੇ ਦਿਨ ਹੀ ਇਹ ਗੱਲ ਕਹਿ ਦਿੱਤੀ ਕਿ ਉਹ ਲੋਕ ਮੇਰਾ ਸਾਥ ਦੇਣ ਜਿਹੜੇ ਆਪਣਾ ਘਰ ਫੂਕਣਾ ਜਾਣਦੇ ਆ, ਅਤੇ ਉਹ ਆਪਣਾ ਘਰ ਛੱਡ ਕੇ ਬਾਕੀ ਦੇ ਸਮਾਜ ਦੇ ਘਰਾਂ ਨੂੰ ਬਚਾਉਣ ਲਈ ਜਿਹੜੇ ਹਿੰਮਤ ਕਰਦੇ ਆ, ਉਹ ਵੀ ਮੇਰਾ ਸਾਥ ਦੇਣ, ਨਹੀਂ ਤਾਂ ਨਹੀਂ। ਇਸ ਕਰਕੇ ਫਿਰ ਸਰ ਜੀ ਮਤਲਬ ਉਹਨੀ ਗੱਲਾਂ ਬਹੁਤ ਕਹੀਆਂ, ਉਹ ਮੇਰੇ ਮਨ ਨੂੰ ਲੱਗ ਗਈਆਂ, ਜਿਹੜੀਆਂ ਗੱਲਾਂ ਕਹੀਆਂ। ਮਾਸਟਰ ਰਾਮ ਲਾਲ ਜੀ, ਜਿਉਂ ਮੂਵਮੈਂਟ ਅੱਗੇ ਵਧੀ, ਦੁੱਖਾਂ ਤਕਲੀਫਾਂ ਦਾ ਹੜ੍ਹ ਵੀ ਆਉਂਦਾ ਗਿਆ। ਕਦੀ ਆਰਥਿਕਤਾ ਦੀ ਪ੍ਰੋਬਲਮ, ਅਤੇ ਕਦੀ ਮਨ ਮਾਫਕ ਨਤੀਜੇ ਨਹੀਂ ਆਉਣੇ, ਜਾਂ ਰੈਲੀਆਂ ਕਰਨੀਆਂ, ਰੈਲੀਆਂ ਦੇ ਵਿੱਚ ਮਨ ਮਾਫਕ ਕਈ ਵਾਰ ਲੋਕ ਨਹੀਂ ਆਉਣੇ, ਜਾਂ ਕਈ ਵਾਰੀ ਪੁਲਿਸ ਦਾ, ਪ੍ਰਸ਼ਾਸਨ ਦਾ ਦਬ ਦਬਾਅ, ਅਤੇ ਕਈ ਐਸੇ ਕਿੱਸੇ ਵੀ ਤੁਹਾਡੇ ਜ਼ਿਹਨ ਵਿੱਚ ਹੋਣਗੇ। ਇੱਕ ਕਿੱਸਾ ਤੁਹਾਡਾ 1982 ਦਾ ਸ਼ਾਇਦ, ਕਿ ਉਹ ਹਰਿਆਣਾ ਦਾ ਹੈ, ਜਦੋਂ ਹਰਿਆਣਾ ਵਿੱਚ ਸਭ ਤੋਂ ਪਹਿਲਾਂ ਸ਼ਾਇਦ DS4 ਦੇ ਮਾਧਿਅਮ ਤੋਂ ਇਲੈਕਸ਼ਨ ਲੜਿਆ ਗਿਆ। ਅਤੇ ਉਹ ਕਿੱਸਾ ਕੀ ਸੀ? ਉਹ ਇਵੇਂ ਸੀ ਜੀ, ਮੇਰੀ ਡਿਊਟੀ ਲਾਈ ਪਈ, ਮੇਰੇ ਨਾਲ ਦੋ ਸਾਥੀ ਭੇਜ ਦਿੱਤੇ, ਤਿੰਨ। ਇੱਕ ਗੁਰਪਾਲ ਚੰਦ ਸਰੋਆ ਭੇਜ ਦਿੱਤਾ, ਓਂਕਾਰ ਸਿੰਘ ਝੰਮਟ ਭੇਜ ਦਿੱਤਾ, ਕਾਰੀ ਸ਼ਾਰੀ ਤੋਂ ਸੀਗੇ, ਵੀ ਤੁਸੀਂ ਜਾ ਕੇ ਤਾਂ ਅਮਨ ਕੁਮਾਰ ਨਾਗਰਾ ਖੜ੍ਹਾ ਕੀਤਾ ਹੈ ਤਾਂ ਉਹਦੀ ਸਪੋਰਟ ਕਰੋ, ਅੰਬਾਲੇ ਚੱਲ ਜਾਓ। ਅਸੀਂ ਅੰਬਾਲੇ ਚੱਲ ਗਏ। ਹੁਣ ਜਿਸ ਵੇਲੇ ਅੰਬਾਲੇ ਚੱਲ ਗਏ ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਕਿੱਥੇ ਸਾਡੇ ਪ੍ਰੋਗਰਾਮ ਆ, ਅਤੇ ਇੱਕ ਸਾਈਕਲ ਰੈਲੀ ਜਿਹੀ ਸਾਡੇ ਕੈਂਡੀਡੇਟ ਜਿਹੜੇ ਸੀ ਅਮਨ ਕੁਮਾਰ ਨਾਗਰਾ ਜੀ, ਉਹਨੂੰ ਕਿਹਾ ਵੀ ਮੇਰੀ ਇੱਕ ਰੈਲੀ ਆਉਣੀ ਹੈ ਤਾਂ ਆਪਾਂ ਮੁਸਤਫਾਬਾਦ ਉਹਨਾਂ ਨੂੰ ਰਿਸੀਵ ਕਰਨਾ। ਅਸੀਂ ਮੁਸਤਫਾਬਾਦ ਪਿੰਡ ਚੱਲ ਗਏ। ਉੱਥੇ ਆਲਰੇਡੀ ਕਾਂਗਰਸ ਦਾ ਇੱਕ ਫੰਕਸ਼ਨ ਚੱਲਦਾ ਸੀਗਾ, ਅਤੇ ਮੈਂ ਕਿਹਾ ਵੀ ਆਪਾਂ ਇੱਥੇ ਨਾ ਬੋਲੀਏ, ਤਾਂ ਕਿਉਂਕਿ ਉਹਨਾਂ ਦੀ ਫੰਕਸ਼ਨ ਚੱਲਦਾ, ਜੇ ਅਸੀਂ ਬੋਲੇ ਤਾਂ ਉਹਨੇ ਕਹਿਣਾ ਲੈ ਵੀ ਆਹ ਕੀ ਕਾਂਡ ਹੈ ਇਹ, ਵਿੱਚ ਸਾਡਾ ਖਲਬਲੀ ਮਚਾਉਂਦੇ। ਉਹੀ ਗੱਲ ਹੋਈ, ਮੁੰਡੇ ਜਿਸ ਤਰ੍ਹਾਂ ਸਾਈਕਲਾਂ 'ਤੇ ਆਏ, ਉਹ ਨਾਅਰੇ ਲਾਉਂਦੇ ਆ ਗਏ
देश का नेता कैसा हो, कांशी राम जैसा हो, तख्त बदल दो, ताज बदल दो, बेईमाना ਦਾ ਰਾਜ ਬਦਲ ਦੋ। ਉਹਨਾਂ ਨੂੰ ਪਚਦੀ ਇਹ ਗੱਲ, ਉਹ ਉੱਥੋਂ ਉੱਠੇ ਦਦਾ ਉਹ ਨਹੀਂ ਸਾਡੇ ਗਲ ਪੈ ਗਿਆ, ਤਿੰਨੇ ਚਾਹੁੰਦੇ ਗਲ ਪੈ ਗਿਆ, ਸਾਰਾ ਸ਼ਹਿਰ ਹੀ ਗਲ ਪੈ ਗਿਆ। ਉਹਨੇ ਸਾਨੂੰ, ਮੈਂ ਤਾਂ ਬਚ ਬੁੱਝ ਕੇ 2 ਕੁ ਜਣੇ ਅਸੀਂ ਤਾਂ ਨਿਕਲ ਗਏ, ਦੌੜ ਗਏ, ਅਤੇ ਇੱਕ ਜਣਾ ਸਾਡਾ ਗੁਰਪਾਲ ਚੰਦ ਸਰੂਆ ਉੱਥੇ ਉਡੀਕੇ ਆ ਗਿਆ। ਉਹਨੇ ਸਟੇਜ 'ਤੇ ਲਿਆ ਕੇ ਉਹਨੂੰ ਕੁੱਟਿਆ, ਸਾਡੀ ਗੱਡੀ ਵੀ ਫੜ ਲਈ ਸਾਡੀ। ਅਸੀਂ ਦੌੜ ਕੇ ਕਿਸੇ ਇੱਕ ਖੂਹ 'ਤੇ ਚੱਲ ਗਏ। ਉਹਨੇ ਸਾਨੂੰ ਕਿਹਾ ਵੀ ਕੋਈ ਚਿੰਤਾ ਨਾ ਕਰੋ ਅਤੇ ਅਸੀਂ ਤੁਹਾਨੂੰ ਮਤਲਬ ਕਰਾਂਗੇ। ਉਹ ਪੋਲੜੀ ਵਾਲ ਦੇ ਸੀਗੇ, ਉਹਨੇ ਸਾਡੀ ਬੜੀ ਮਦਦ ਕੀਤੀ, ਸਾਨੂੰ ਪਾਣੀ ਧਾਣੀ ਪਿਲਾਇਆ। ਮੈਂ ਉੱਥੋਂ ਦੁੱਖਾਂ ਤਕਲੀਫਾਂ ਨੂੰ ਝੱਲਦਾ ਹੋਇਆ, ਸਾਡੀ ਗੱਡੀ ਵੀ ਉਹ ਲੈ ਕੇ ਪੁਲਿਸ, ਅਤੇ ਅਸੀਂ ਦੁੱਖ ਤਕਲੀਫਾਂ ਨੂੰ ਝੱਲਦੇ ਹੋਏ ਆਏ। ਤਾਂ ਜੇਲਾ ਅੰਬਾਲੇ ਪਹੁੰਚੇ ਤਾਂ ਉੱਥੇ ਅਮਨ ਕੁਮਾਰ ਨਾਗਰਾ ਖੜ੍ਹਾ, ਉਹ ਵੀ ਆਣ ਕੇ ਖੜ੍ਹਾ ਹੋ ਗਿਆ, ਕਹਿੰਦਾ ਜੀ ਇਹ ਇੱਦਾਂ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਮੈਨੂੰ ਮੈਂ ਕਿਹਾ ਇਨਫੋਰਮੇਸ਼ਨ ਦੇਣੀ ਬਹੁਤ ਚੰਡੀਗੜ੍ਹ ਜ਼ਰੂਰੀ ਆ। ਮੈਂ ਚੰਡੀਗੜ੍ਹ ਆਇਆ, ਰਾਤ ਨੂੰ 3 ਕੁ ਵਜੇ ਦੇ ਕਰੀਬ ਪਹੁੰਚਿਆ, ਆਣ ਕੇ ਦੱਸੀ ਸਾਰੀ ਹਾਲ ਹਕੀਕਤ ਵੀ ਇੱਦਾਂ ਹੋਈ। ਉਹਨਾਂ ਨੇ ਇੱਟਾਂ ਉੱਟਾਂ ਬੜੀਆਂ ਚਲਾਈਆਂ, ਇੱਟ ਮੇਰੀ ਢੂਹੀ 'ਚ ਲੱਗੀ ਐਟ ਦਾ ਟਾਈਮ ਵੀ। ਹੁਣ ਮੇਰੇ ਕਈ ਵਾਰੀ ਸਿਆਲਾਂ ਨੂੰ ਉਹ ਢੂਹੀ ਦੁਖਣ ਲੱਗ ਪੈਂਦੀ ਆ ਉੱਥੋਂ। ਉਹਨੇ ਸਾਡੀ ਗੱਡੀ ਭੰਨ ਦਿੱਤੀ, ਸਾਰਾ ਕੁਝ ਕਰ ਦਿੱਤਾ, ਅਤੇ ਗੱਡੀ ਲੈ ਕੇ ਚੱਕ ਕੇ ਸਾਨੂੰ ਆ ਗਿਆ ਜੇਲ੍ਹ। ਮੈਂ ਇੱਥੇ ਆਇਆ ਅਤੇ ਸਾਹਿਬ ਨਾਲ ਜਲ ਗੱਲਬਾਤ ਕੀਤੀ। ਸਾਹਿਬ ਨੇ ਉਸੇ ਵੇਲੇ ਫੋਨ ਚੱਕਿਆ ਅਤੇ ਛਿਨਮਾਰ ਨੂੰ ਕਹਿ ਦਿੱਤਾ ਵੀ ਛਿਨਮਾਰ ਤੂੰ ਇੱਦਾਂ ਕੀਤੀ, ਐਂ ਕੀਤੀ ਆ। ਉਹ ਸਰ ਕਰੀ ਜਾਵੇ, ਸਰ ਜੀ ਹੁਣੇ ਹੀ ਭੇਜਦਾ। ਕਹਿੰਦਾ ਬੰਦੇ ਦਾ ਪੁੱਤ ਬਣ ਕੇ ਹੁਣੇ ਗੱਡੀ ਭੇਜ ਦੇ ਸਾਡੀ, ਸਾਡੇ ਵਰਕਰਾਂ ਨੂੰ ਕਿਉਂ ਕੁੱਟਿਆ ਤੂੰ, ਵਰਕਰਾਂ ਨੂੰ ਇੱਦਾਂ ਕਿਉਂ ਕਰਾਈ ਆ, ਅਸੀਂ ਤੈਨੂੰ ਦੇਖਾਂਗੇ, ਤੁਹਾਡੇ ਲਈ ਤਾਂ ਮੈਂ ਸਾਰਾ ਕੁਛ ਕਰਦਾ। ਕਹਿੰਦਾ ਉਹ 'ਚ ਮਾਰੋ, ਕਹਿੰਦਾ ਤੁਹਾਡੇ ਲਈ ਕਰਦਾ, ਮੈਂ ਆਪਣੀ ਲਈ ਕਰਦਾ, ਮੈਨੂੰ ਕੀ ਲੋੜ ਆ, ਤੁਹਾਡੀ ਇੱਜ਼ਤ ਮਾਣ ਤਾਂ ਮੈਂ ਵਧਾਉਣਾ। ਤੁਸੀਂ ਆਪਣੀ ਇੱਜ਼ਤ ਮਾਣ ਵਧਾਉਂਦੇ ਹੋਏ, ਤੁਹਾਡੀ ਇੱਜ਼ਤ ਮਾਣ ਮੈਂ ਵਧਾਉਂਦਾ ਤਾਂ ਤੁਸੀਂ ਮੇਰੇ ਵਰਕਰਾਂ 'ਤੇ ਲਾਠੀਚਾਰਜ ਕੀਤਾ। ਉਹ ਮਹਾਰਾਜ ਜੀ ਤੜਕੇ ਹੀ ਸਵੇਰ ਨੂੰ ਗੱਡੀ ਛੱਡ ਗਏ, ਨਾਲੇ ਗੁਰਪਾਲ ਚੰਦ ਸਰੂਆ ਨੂੰ ਛੱਡ ਗਏ। ਇੱਕ ਕਿੱਸਾ ਜੰਮੂ ਕਸ਼ਮੀਰ ਦਾ ਵੀ ਹੈ ਜੋ ਤੁਸੀਂ ਦੱਸਿਆ ਸੀ, ਅਤੇ ਮੈਂ ਕਿਤਾਬ ਵਿੱਚ ਵੀ ਲਿਖਿਆ ਸੀ, ਅਤੇ ਉਹ ਕਿੱਸਾ ਵੀ ਬੜਾ ਜ਼ਬਰਦਸਤ ਸੀ, ਬੜਾ ਦੁਖਾਂਤ ਭਰਿਆ ਸੀ ਕਿ ਜਦੋਂ ਰਾਜਪੂਤ ਰਾਣਿਆਂ ਨੇ ਤੁਹਾਡੇ ਵਰਕਰਾਂ 'ਤੇ ਹਮਲਾ ਕਰ ਦਿੱਤਾ ਤਾਂ ਸਾਹਿਬ ਕਾਂਸ਼ੀ ਰਾਮ ਵੀ ਖੁਦ ਉਹਦੇ ਵਿੱਚ ਸ਼ਾਮਲ ਸੀ। ਤਾਂ ਕਾਂਸ਼ੀ ਰਾਮ ਜੀ ਆਪਣੇ ਸਾਥੀਆਂ ਨੂੰ ਪਹਾੜੀ 'ਤੇ ਲੈ ਕੇ ਚੜ੍ਹ ਗਏ ਸੀ ਹਮਲੇ ਤੋਂ ਬਚਣ ਲਈ। ਉਹ ਕਿੱਸਾ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਸਰ ਜੀ, ਮਤਲਬ ਸਾਰਿਆਂ ਨੂੰ ਕਿਹਾ ਵੀ ਸਾਹਿਬ ਨੇ ਅਨਾਊਂਸਮੈਂਟ ਕਰ ਦਿੱਤੀ ਵੀ ਜਲਦੀ ਤੋਂ ਜਲਦੀ ਜਿੱਥੇ ਵੀ ਆ ਗਿਆ ਉੱਥੇ ਰੁਕ ਜਾਓ। ਇਸ ਵੇਲੇ ਬਹੁਤ ਹਾਲਾਤ ਮਾੜੇ, ਕਿਉਂਕਿ ਸਾਡਾ RC ਗਾਂਧੀ ਜਿਹੜਾ ਸੀ, ਅਸੀਂ ਉੱਥੋਂ ਕੈਂਡੀਡੇਟ ਇਲੈਕਸ਼ਨ ਲੜ ਰਿਹਾ ਸੀ, ਉਹਨੇ ਸਣੇ ਜੀਪ ਚੱਕ ਕੇ ਨਹਿਰ 'ਚ ਛੱਡ ਦਿੱਤਾ। ਉਹ ਫਵਾੜ ਆਤੀ ਪੇ ਮਰ ਗਿਆ। ਪਰ ਅਸੀਂ ਉਹਨੂੰ ਕੱਢ ਲਿਆ ਸੀਗਾ ਬਾਅਦ ਦੇ ਵਿੱਚ, ਅਤੇ ਇਹ ਸਾਰਾ ਕੁਛ ਕਰਕੇ ਤਾਂ ਕੱਢ ਲਿਆ। ਜਿਸਲਾ ਕੱਢ ਕੇ ਤਾਂ ਉਹਨੂੰ ਕਰਕੇ ਫਿਰ ਵੀ ਉਹ ਇਲੈਕਸ਼ਨ ਦੇ ਵਿੱਚ ਸਿਰਫ 230 ਵੋਟਾਂ ਨਾਲ ਦੂਜੇ ਨੰਬਰ 'ਤੇ ਰਿਹਾ ਸੀ। BBC ਲੰਡਨ ਨੇ ਅਨਾਊਂਸ ਕਰ ਦਿੱਤਾ ਸੀਗਾ ਕਿ ਜੰਮੂ ਰੀਜਨ ਦੀਆਂ ਸੀਟਾਂ 3-4 DS4 ਨੇ ਜਿੱਤ ਜਾਣੀਆਂ। ਉਹੋ ਹੀ ਗੱਲ ਸਾਨੂੰ ਲੈ ਬੈਠੀ ਆ। ਉੱਥੇ ਗੁੰਡੇ ਇਕੱਠੇ ਹੋ ਗਏ, ਸਾਡੇ 'ਤੇ ਹਮਲਾ ਕਰੀ। ਉਹਨੇ ਸਾਡੇ 'ਤੇ ਇੱਦਾਂ ਸਾਈਕਲ ਭੰਨ ਦਿੱਤੇ ਸਾਡੇ, ਕੁਝ ਨਾ ਕੁਝ। ਅਸੀਂ ਉੜਿੱਕੇ ਆ ਗਏ। ਫਿਰ ਅਸੀਂ, ਮੈਂ ਅਤੇ ਸਾਹਿਬ ਕਾਂਸ਼ੀ ਰਾਮ ਜੀ ਅਤੇ ਦੇਸਰਾਜ ਮੱਲ, ਅਸੀਂ 3 ਜਣੇ ਇੱਕ ਚੀਲ ਦੇ ਨਾਲ ਲੱਗ ਕੇ ਖੜ੍ਹੇ ਹੋ ਗਏ। ਇੰਨੀ ਜ਼ੋਰ ਦੀ ਆਵਾਜ਼ਾਂ ਆਉਣ, ਹਵਾ ਦੀਆਂ, ਬੜਾ ਮਨ ਚੀਰਦੀਆਂ ਜਾਣ। ਸਾਹਿਬ ਨੇ ਬੜੇ ਭਾਵੁਕ ਹੋ ਕੇ ਇਹ ਗੱਲਾਂ ਕਹੀਆਂ ਕਿ ਭਈ ਰਾਮ ਲਵਾਇਆ, ਜੇ ਮੈਂ ਚਲ ਗਿਆ ਤਾਂ ਮੇਰੀ ਸਾਰੀ ਮੂਵਮੈਂਟ ਉੱਥੇ ਡਰੋਪ ਕਰ ਜਾਣੀ। ਜੋ ਮੇਰੇ ਮਨ ਦੇ ਵਿੱਚ, ਜੋ ਮੇਰੀ ਛਾਤੀ ਦੇ ਵਿੱਚ ਸੁਪਨਾ ਸੀ, ਉਹ ਮੇਰਾ ਸੁਪਨਾ ਨਹੀਂ ਪੂਰਾ ਹੋਣਾ, ਕਿਉਂਕਿ ਮੈਂ ਕਸਮ ਖਾ ਕੇ ਚੱਲਿਆ ਹਾਂ ਕਿ ਮੈਂ ਜਿੰਨਾ ਚਿਰ ਆਪਣੇ ਲੋਕਾਂ ਨੂੰ ਰਾਜ ਗੱਦੀ 'ਤੇ ਨਹੀਂ ਬਿਠਾਲਦਾ, ਉਹਨਾਂ ਦੀ ਹਕੂਮਤ ਨਹੀਂ ਪੈਦਾ ਕਰਦਾ, ਉਹਨਾਂ ਦਾ ਰਾਜ ਨਹੀਂ ਲਿਆਉਂਦਾ, ਮੈਂ ਉਹਨਾਂ ਚਿਰ ਘਰ ਨਹੀਂ ਜਾਣਾ, ਮੈਂ ਉਹਨਾਂ ਚਿਰ ਸ਼ਾਦੀ ਨਹੀਂ ਕਰਾਉਣੀ। ਦੇਖੋ, ਮੈਨੂੰ ਬਚਾਵੋ ਬਹੁਤ ਜ਼ਰੂਰੀ ਆ। ਇਸ ਵੇਲੇ ਆਪਾਂ ਮਤਲਬ ਨਾ ਜਾਣਾ ਨਹੀਂ ਕਿਤੇ, ਹੁਣ ਇੱਥੇ ਰਹਿਣਾ ਸਾਰੀ ਰਾਤ। ਸਰ ਜੀ, ਮੇਰਾ ਦਿਲ ਕੰਬਦਾ, ਇੱਦਾਂ ਕੰਬਾ ਸਾਨੂੰ ਛੜਿਆ ਸੀ 3 ਜਣਿਆਂ ਨੂੰ। ਬਰਫਾਂ ਪੈਂਦੀਆਂ ਸੀ, ਬਰਫ ਦੇ ਗੋਲੇ ਆਣ ਕੇ ਲੱਗਦੇ ਸੀਗੇ, ਬੁਰਾ ਹਾਲ ਸੀ ਸਾਡਾ। ਪਰ ਲੇਕਿਨ ਸਾਰੀ ਰਾਤ ਅਸੀਂ ਉੱਥੇ ਖੜ੍ਹੇ ਰਹੇ ਹਾਂ। ਤਾਂ ਫਿਰ ਦਿਨ ਚੜ੍ਹੇ ਜਾਂ ਫਿਰ ਅਸੀਂ ਆਏ ਹਾਂ। ਬਹੁਤ ਉਹ ਦੁੱਖਦਾਈ ਸੀਗਾ ਦਿਨ, ਬਹੁਤ ਦੁੱਖ ਤਕਲੀਫ ਦੀ ਉਹ ਰਾਤ ਸੀਗੀ ਜਿਹੜੀ ਉਸ ਦਿਨ ਅਸੀਂ ਕੱਟੀ ਆ। ਸਾਹਿਬ ਵੀ ਬਹੁਤ ਭਾਵੁਕ ਹੋ ਗਏ ਸੀਗੇ ਉਸ ਦਿਨ। ਜਿਸ ਜਗ੍ਹਾ 'ਤੇ ਬੈਠ ਕੇ ਮੈਂ ਮਾਸਟਰ ਜੀ ਦੀ ਇੰਟਰਵਿਊ ਲੈ ਰਿਹਾ, ਇਸ ਕਮਰੇ ਵਿੱਚ ਸਾਹਿਬ ਕਈ ਵਾਰੀ ਆਏ, ਤਾਂ ਜਿੱਥੇ ਅਸੀਂ ਬੈਠੇ ਹਾਂ ਬਿਲਕੁਲ ਸੇਮ ਇਸੇ ਜਗ੍ਹਾ 'ਤੇ ਉਹ ਇੱਕ ਵਾਰ ਬੈਠੇ ਸੀ। ਉਹ ਕਿੱਸਾ ਵੀ ਬਹੁਤ ਸੁਣਨ ਵਾਲਾ। ਇਹ ਕਿੱਸਾ ਕੀ ਸੀ? ਸਾਹਿਬ ਜੀ ਹੁਣਾਂ ਦੇ ਕੋਲੋਂ ਅਸੀਂ ਕੈਡਰ ਕੈਂਪ ਲਈ ਲੈ ਲਿਆ ਸਮਾਂ, ਭਈ
ਤੁਸੀਂ ਜੰਮੂ ਤੋਂ ਆਉਣਾ ਹੈ ਤਾਂ ਆਉਂਦੇ ਹੋਏ ਸਾਡੇ ਕੈਡਰ ਕੈਂਪ ਲੈ ਜਿਓ, ਇੱਕ ਲਾ ਦਿਓ ਦਿਹਾੜੀ। ਕਹਿੰਦੇ ਠੀਕ ਹੈ ਜੀ, ਮੰਨ ਗਏ। ਉਹ ਜਿਸ ਤਰ੍ਹਾਂ ਆਏ ਅਤੇ ਅਸੀਂ ਇੱਕ ਕਮਿਊਨਿਟੀ ਹਾਲ ਬਣਾਇਆ। ਉਹਦੇ ਹਾਲ ਦੇ ਵਿੱਚ ਅਸੀਂ ਸਾਰੇ ਨੇੜੇ ਨੇੜੇ ਦੇ ਪਿੰਡਾਂ 10-15 ਪਿੰਡਾਂ ਦੇ ਬੰਦੇ 100-200 ਬੰਦਾ ਅਸੀਂ ਇਕੱਠਾ ਕੀਤਾ ਹੋਇਆ ਸੀਗਾ। ਜਿਸ ਤਰ੍ਹਾਂ ਆਏ ਤਾਂ ਮੈਨੂੰ ਕਹਿੰਦੇ ਭਈ ਮੈਂ 2 ਮਿੰਟ ਆਰਾਮ ਕਰਨਾ ਹੈ, ਭਈ ਚੱਲੀਏ ਆਪਾਂ ਘਰ ਨੂੰ। ਮੈਂ ਕਿਹਾ ਜੀ ਚਲੋ। ਅਸੀਂ ਘਰ ਆ ਗਏ। ਜਿਸ ਜਗ੍ਹਾ 'ਤੇ ਅਸੀਂ ਬੈਠੇ ਹਾਂ, ਇਸ ਜਗ੍ਹਾ 'ਤੇ ਉਹ ਬਹਿ ਗਏ। ਜਿਸ ਤਰ੍ਹਾਂ ਮੈਂ ਉਹਨਾਂ ਦੇ ਹੱਥਾਂ ਵੱਲ ਨੂੰ ਤਾਂ ਉਹਨਾਂ ਦੇ ਪੈਰਾਂ ਵੱਲ ਨੂੰ ਦੇਖਿਆ, ਮੇਰਾ ਮਨ ਜਿਹੜਾ ਭਰ ਗਿਆ। ਮੇਰਾ ਮਨ ਤਾਂ ਮਾਰੇ ਭਈ ਸਾਡਾ ਰਹਿਬਰ, ਲੋਕਾਂ ਦੇ ਲੀਡਰ, ਕਰੋੜਾਂਪਤੀ, ਗੱਡੀਆਂ 'ਚ ਆਉਂਦੇ, ਚਮਕ ਦਮਕ ਉਹਨਾਂ 'ਤੇ, ਜਿਹੜੀ ਰਹੇ ਰੱਬ ਦਾ ਨਾਂ। ਲੇਕਿਨ ਸਾਡਾ ਸਾਹਿਬ, ਉਹਦੇ ਏਡੇ ਏਡੇ ਨਹੁੰ ਵਿੱਚ ਮੈਲ ਫਸੀ, ਹੱਥਾਂ 'ਤੇ ਮੈਲ, ਪੈਰਾਂ 'ਚ ਵਿਆਹੀਆਂ ਪਾਟੀਆਂ, ਟੁੱਟੀ ਜਿਹੀ ਕੈਂਚੀ ਚੱਪਲ, ਇੱਕ ਚੱਪਲ ਦਾ ਸਟੈਪ ਹੋਰ, ਇੱਕ ਹੋਰ। ਮੈਂ ਬੜਾ ਭਾਵੁਕ ਹੋ ਕੇ ਮੈਂ ਆਪਣੀ ਭਰਜਾਈ ਨੂੰ ਕਿਹਾ, ਮੇਰੀ ਵੱਡੀ ਭਰਜਾਈ ਸੀਗੀ ਨਰਿੰਦਰ ਕੌਰ, ਮੈਂ ਕਿਹਾ ਭਾਬੀ ਜੀ, ਮੈਂ ਕਿਹਾ ਪਾਣੀ ਗਰਮ ਕਰੋ ਥੋੜ੍ਹਾ ਜਿਹਾ। ਕਹਿੰਦੀ ਕੀ ਗੱਲ, ਚਾਹੀਦਾ? ਮੈਂ ਕਿਹਾ ਚਾਹੀਦਾ, ਛੇਤੀ ਕਰੋ। ਮੈਂ ਆਪਣੀ ਮਾਤਾ ਨੂੰ ਕਿਹਾ, ਮੈਂ ਕਿਹਾ ਮਾਂ ਜੀ ਭਈ ਛੇਤੀ ਦੇਣਾ ਦੁੱਧ ਦੇ ਵਿੱਚ ਹੈ ਨਾ, ਇੰਨਾ ਕੁ ਦਲੀਆ ਪਾ ਕੇ ਤਾਂ ਬਣਾ ਦਿਓ, ਛੇਤੀ ਦੇਣਾ, ਸਾਹ ਉਹਨਾਂ ਨੂੰ ਖਿਲਾਉਣਾ ਆ, ਭੁੱਖ ਲੱਗੀ ਆ ਉਹਨਾਂ ਨੂੰ ਬਹੁਤ। ਉਨੀ ਨਹੀਂ ਦੱਸਣੀ ਪਈ ਭੁੱਖ ਲੱਗੀ, ਉਹਨੇ ਕਹੀ ਜਾਣਾ ਨਹੀਂ ਕੋਈ ਗੱਲ ਨਹੀਂ, ਮੈਨੂੰ ਪਤਾ ਵੀ ਭੁੱਖ ਲੱਗੀ ਹੈ ਤਾਂ ਭੁੱਖੇ ਆਏ ਆ। ਮੈਂ ਕਿਹਾ ਰੋਟੀ ਉਹਨਾਂ ਨੂੰ ਰੋਟੀ ਵੀ ਨਹੀਂ ਖਾਣੀ ਨਹੀਂ ਗੀ, ਕਿਉਂਕਿ ਆਪਾਂ ਦਲੀਆ ਮੈਂ ਕਿਹਾ ਪਤਲਾ ਜਿਹਾ ਖਿਲਾਉਂਦੇ ਹਾਂ। ਮੈਂ ਕੀ ਕੀਤਾ, ਇੱਥੇ ਜੀ ਉਹਨਾਂ ਨੂੰ ਬਿਠਾ ਲਿਆ। ਮੈਂ ਕਿਹਾ ਜੀ ਪੈਰ ਇੱਧਰ ਨੂੰ ਕਰੋ। ਜਿਹੜਾ ਕੀਤੇ ਮੈਂ ਨਹੁੰ ਕੱਟਣਾ, ਨਹੁੰ ਲਾਏ, ਫਿਰ ਪੈਰਾਂ ਦੇ ਨਹੁੰ ਲਾਏ, ਹੱਥਾਂ ਦੇ ਨਹੁੰ ਲਾਉਣ ਤੋਂ ਬਾਅਦ ਮੈਂ ਕੀ ਕੀਤਾ, ਕੱਪੜਿਆ ਇੱਕ ਲੀਰ ਜੇ ਲੈ ਕੇ ਮੈਂ ਗਰਮ ਪਾਣੀ ਨਾਲ ਸਾਬਣ ਲਾ ਕੇ ਮੈਂ ਇੱਧਰ ਮਲ ਕੇ ਇੰਨੀ ਮੈਲ ਲਿੱਥੀ, ਜਿਹੜੀ ਰਹੇ ਰੱਬ ਦਾ ਨਾਂ। ਸਾਹਿਬ ਹੁਣੀ ਮਜ਼ਾਕੀਆ, ਸਾਹਿਬ ਕਾਂਸ਼ੀ ਰਾਮ ਜੀ ਮਜ਼ਾਕੀਆ ਲਈ ਦੇ ਵਿੱਚ ਕਹਿੰਦੇ, ਲੈ ਬਈ ਤੂੰ ਤਾਂ ਇੱਦਾਂ ਕਰਦਾ ਜਿੱਦਾਂ ਬਾਬਿਆਂ ਦੀ ਚਰਨ ਘਾਲ ਲੈਣੀ ਹੁੰਦੀ ਆ। ਮੈਂ ਕਿਹਾ ਸੀ ਬਾਬਿਆਂ ਦੀ ਚਰਨ ਘਾਲ ਚੋਂ ਕੀ ਲੈਣਾ, ਤੁਸੀਂ ਸਾਡੇ ਬਾਬੇ ਆ, ਤੁਹਾਡੀ ਚਰਨ ਘਾਲ ਲੈਣੀ। ਤੁਸੀਂ ਸਦਾ ਜੁਗ ਜੁਗ ਜੀਓ, ਸਾਡੇ ਸਮਾਜ ਦੀ ਲੀਡ ਕਰੋ, ਸਾਡੇ ਸਮਾਜ ਨੂੰ ਪੈਰਾਂ 'ਤੇ ਖੜਾ ਕਰੋ, ਅਸੀਂ ਕਿਸੇ ਕੋਲੋਂ ਕੀ ਲੈਣਾ ਆ। ਅਤੇ ਉਹਨੇ ਵੀ ਭਾਵੁਕ ਹੋ ਕੇ ਮੈਨੂੰ ਜੱਫੀ ਪਾ ਕੇ ਉੱਠ ਕੇ ਤਾਂ ਮੈਨੂੰ ਇੱਦਾਂ ਕਲਾਵੇ 'ਚ ਲੈ ਲਿਆ। ਫਿਰ ਕਹਿੰਦੇ ਉੱਦਾਂ ਤਾਂ ਕਹਿੰਦਾ ਦੁਆਬੇ ਦੇ ਚਮਾਰਾਂ ਨੂੰ ਚਰਨ ਘਾਲ ਪੀਣ ਦੀ ਬਹੁਤ ਆਦਤ ਆ, ਦੁਆਬੇ ਦੇ ਚਮਾਰ ਬਹੁਤ ਕਾਲੇ ਰਹਿੰਦੇ ਬਾਬਿਆਂ ਦੀਆਂ ਚਰਨ ਘਾਲਾਂ ਲੈਣ ਨੂੰ। ਮੈਂ ਕਿਹਾ ਅਸੀਂ ਨਹੀਂ ਬਾਬਿਆਂ ਦੀਆਂ ਕਿਸੇ ਦੀਆਂ ਚਰਨ ਘਾਲਾਂ ਲੈਣੀਆਂ, ਅਸੀਂ ਤੁਹਾਡੇ ਚਰਨ ਹੀ ਦੱਬਣੇ ਆ, ਤੁਹਾਡੇ ਚਰਨ ਫੜਨੇ ਆ। ਤੁਸੀਂ ਸਾਨੂੰ ਹੁਕਮ ਕਰੋ, ਜਿੱਥੇ ਤੁਸੀਂ ਖੜਾ ਕਰੋਗੇ ਉੱਥੇ ਅਸੀਂ ਖੜੇ ਹੋਵਾਂਗੇ। ਇਹ ਗੱਲਾਂ ਹੋਈਆਂ। ਫਿਰ ਬਾਅਦ 'ਚ ਮੀਟਿੰਗ ਲਈ, ਉਹ ਮੀਟਿੰਗ ਲੈ ਕੇ ਜਾ ਕੇ ਉਹ ਗਾਂ ਵੀ ਕੈਡਰ ਕੈਂਪ ਲਿਆ ਲੁਧਿਆਣੇ। ਉੱਥੇ ਜਾ ਕੇ ਕਹਿੰਦੇ ਮਾਸਟਰ ਨੇ ਤਾਂ ਮੈਨੂੰ 4 ਕਿਲੋ ਭਾਰ ਹੀ ਘਟਾ ਦਿੱਤਾ, ਮੇਰੀ ਮੈਲ ਹੀ ਸਾਰੀ ਲਾਹ ਦਿੱਤੀ, ਪੜ੍ਹ ਕੇ ਬਹੁਤ ਬੁਰਾ ਹਾਲ ਕੀਤਾ, ਮੈਨੂੰ ਰਗੜਿਆ ਬਹੁਤ, ਹਾਸੇ ਮਜ਼ਾਕ 'ਚ ਕਹਿੰਦੇ ਜਾ ਕੇ। ਸਾਹਿਬ ਕਾਂਸ਼ੀ ਰਾਮ ਜੀ ਇੱਕ ਵਾਰੀ ਇਸ ਪਿੰਡ 'ਚ ਆਏ ਸੀ ਤਾਂ, ਅਤੇ ਜਿਹੜੇ ਪਿੰਡ ਦੇ ਕਾਂਗਰਸੀ ਸੀ ਜਾਂ ਇਲਾਕੇ ਦੇ ਕਾਂਗਰਸੀ ਸੀ, ਤਾਂ ਉਹਨਾਂ ਨੇ ਉੱਤੇ ਟੈਲੀਗ੍ਰਾਮਾਂ ਜਾਂ ਖੜਕਾਤੀਆਂ ਵੀ ਇਸ ਪਿੰਡ ਵਿੱਚ ਸਾਹਿਬ ਕਾਂਸ਼ੀ ਰਾਮ ਨੇ ਸਾਡਾ ਸਫਾਇਆ ਕਰ ਦਿੱਤਾ। ਅਤੇ ਸ਼ਾਇਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਆਉਣਾ ਪਿਆ ਇਸ ਪਿੰਡ ਵਿੱਚ। ਅਤੇ ਉਹ ਕਿੱਸਾ ਮੈਂ ਸਲਾਲਾ ਜੀ ਦੇ ਮੂੰਹੋਂ ਸੁਣੂੰਗਾ। ਉਹ ਇਵੇਂ ਗੱਲ ਹੋਈ ਜੀ ਕਿ ਅਸੀਂ ਹੈ ਨਾ ਸਾਹਿਬ ਦਾ ਪ੍ਰੋਗਰਾਮ ਰੱਖ ਲਿਆ। ਉਹ ਜਦੋਂ ਪ੍ਰਧਾਨ ਮੰਤਰੀ ਸੀਗਾ ਬਣਨਾ ਉਹਨੇ, ਮਨਮੋਹਨ ਸਿੰਘ ਨੇ, ਤਾਂ ਅਸੀਂ ਰੱਖ ਲਿਆ ਸੀ ਕਿ ਵੀ ਚਲੋ ਵੀ ਆਓ ਜੀ ਸਾਹਿਬ ਜੀ। ਉਹਨੇ ਕੈਡਰ ਕੈਂਪ ਲਿਆ, ਸਾਡਾ ਇੱਕ ਫੰਕਸ਼ਨ ਹੀ ਬਣਾਤਾ ਜੀ। ਅਸੀਂ ਸਟੇਜ ਲਾਈ ਸੀ ਬਹੁਤ ਬੜੀ, ਜਿਸ ਸਕੂਲ ਦੇ ਗਰਾਊਂਡ ਦੇ ਵਿੱਚ ਅਸੀਂ ਸਟੇਜ ਲਾਈ ਸੀਗੀ। ਕਾਂਗਰਸੀਆਂ ਨੂੰ ਵਕਤ ਪੈ ਗਿਆ ਵੀ ਆਹ ਕੀ ਹੋ ਗਿਆ। ਇਹ ਕਹਿੰਦੇ ਵੀ ਛੇਤੀ ਆ ਜਾਓ, ਨਹੀਂ ਤਾਂ ਹੁਣ ਇੱਥੇ ਕੋਈ ਨਹੀਂ ਰਹਿਣਾ। ਸਭ ਨੀਲੇ ਝੰਡੇ, ਸਭ ਪਿੰਡਾਂ 'ਚ ਨੀਲੇ ਝੰਡੇ ਲੱਗ ਗਏ। ਸਾਰੇ ਲੋਕ ਕਾਂਸ਼ੀ ਰਾਮ ਦੇ ਮਗਰ ਹੋ ਗਏ ਆ, ਸਾਰੇ ਲੋਕ BSP ਦੇ ਮਗਰ ਹੋ ਗਏ, ਬਹੁਜਨ ਸਮਾਜ ਪਾਰਟੀ ਦੇ ਮਗਰ ਹੋ ਗਏ, DS4 ਦੇ ਮਗਰ ਹੋ ਗਏ ਆ। ਤਾਂ ਉਹ ਸਾਨੂੰ ਕਹਿੰਦੇ ਹੁਣ ਕੁਛ ਨਹੀਂ ਇੱਥੇ ਸਾਡਾ ਬਚਣਾ। ਫਿਰ ਮਨਮੋਹਨ ਸਿੰਘ ਨੂੰ ਤਾਂ ਸਾਡੇ ਮੁੱਖ ਮੰਤਰੀ ਨੂੰ ਇੱਥੇ ਬੇਅੰਤ ਸਿੰਘ ਨੂੰ ਵੀ ਆਉਣਾ ਪੈ ਗਿਆ। ਬੇਅੰਤ ਸਿੰਘ ਵੀ ਇੱਥੇ ਆਇਆ ਤਾਂ ਉਹ ਵੀ ਆਇਆ ਇੱਥੇ, ਮਨਮੋਹਨ ਸਿੰਘ ਵੀ। ਉਹਨੇ ਵੀ ਆਣ ਕੇ ਕਾਨਫਰੰਸ ਕੀਤੀ, ਲੋਕਾਂ ਨੂੰ ਸਮਝਾਇਆ ਆ ਜਿਹੜੇ DS4 ਵਾਲੇ ਫਿਰਦੇ ਇਹਨਾਂ ਦਾ ਸਾਥ ਨਾ ਦਿਓ, ਅਸੀਂ ਤਾਂ ਤੁਹਾਡੇ ਲਈ ਸਭ ਕੁਛ ਕਰਦੇ ਹਾਂ, ਸਾਰੇ ਕੁਝ। ਵਿੱਚੋਂ ਕਈਆਂ ਨੇ ਉੱਠ ਕੇ ਕਹਿ ਦਿੱਤਾ ਅਸੀਂ ਨਹੀਂ ਤੁਹਾਡਾ ਸਾਥ ਦੇਵਾਂਗੇ, ਅਸੀਂ ਬਹੁਤ ਕੁਛ ਸਾਥ ਦਿੱਤਾ, ਲੇਕਿਨ ਹੁਣ ਅਸੀਂ ਆਪਣੇ ਸਾਹਿਬ ਕਾਂਸ਼ੀ ਰਾਮ ਦਾ ਸਾਥ ਦੇਵਾਂਗੇ, ਜਿਹਨੇ ਪ੍ਰਤਿੱਗਿਆ ਕੀਤੀ ਕਿ ਮੈਂ ਆਪਣੇ ਘਰ ਨਹੀਂ ਜਾਵਾਂਗਾ, ਮੈਂ ਜਾਇਦਾਦ ਨਹੀਂ ਬਣਾਵਾਂਗਾ, ਮੇਰੇ ਮਰਨ ਤੋਂ ਬਾਅਦ ਮੇਰੇ ਅਕਾਊਂਟ ਦੇ ਵਿੱਚ ਨਵਾਂ ਪੈਸਾ ਨਹੀਂ ਹੋਊਗਾ। ਉਹੀ ਹੋਇਆ ਸਾਹਿਬ ਜੀ, ਉਹੀ ਹੋਇਆ। ਲੇਕਿਨ ਵਕਤ ਬੜਾ ਪਿਆ, ਲੇਕਿਨ ਸਟੇਜ 'ਤੇ ਵੀ ਲੋਕਾਂ ਨੇ ਕਹਿ ਦਿੱਤਾ ਸੀ ਅਸੀਂ ਨਹੀਂ ਤੁਹਾਡਾ ਹੁਣ ਸਾਥ ਦੇਣਾ। ਅਸੀਂ ਬਹੁਤ ਦੇਤਾ, ਹੁਣ ਮਤਲਬ ਅਸੀਂ ਉਹਨਾਂ ਦਾ ਹੀ ਸਾਥ ਦੇਣਾ। ਬਸ ਥੈਂਕ ਯੂ।
ਐਸੇ ਸਨ ਸਾਡੇ ਸਾਹਿਬ ਜਿਨ੍ਹਾਂ ਦੇ ਜਦੋਂ ਦੁਨੀਆ ਤੋਂ ਰੁਖਸ਼ਤ ਹੋਏ ਤਾਂ ਉਹਨਾਂ ਦੇ ਨਾਂ 'ਤੇ ਨਾ ਕੋਈ ਦੁਕਾਨ ਸੀ ਅਤੇ ਨਾ ਉਹਨਾਂ ਦੇ ਨਾਂ 'ਤੇ ਕੋਈ ਮਕਾਨ ਸੀ, ਅਤੇ ਉਹਨੀ ਕਰੋੜਾਂ ਮਜ਼ਲੂਮਾਂ ਲੋਕਾਂ ਦਾ ਸੈਲਫ ਰਿਸਪੈਕਟ ਦਾ ਅਹਿਸਾਸ ਕਰਾ ਕੇ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ। ਮੈਂ ਪੰਮੀ ਲਾਲੂ ਮੀਰਾ, ਕੈਮਰਾਮੈਨ ਬਲਕਾਰ ਭੂਤਾਂ ਦੇ ਨਾਲ ਅਗਲੀ ਵਾਰ ਫਿਰ ਕਿਸੇ ਸੈਲੀਬ੍ਰਿਟੀ ਨੂੰ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ।